ਅੱਜ ਜੋ ਆਪਾਂ ਇਤਿਹਾਸਿਕ ਵਿਚਾਰ ਸਾਂਝੇ ਕਰਨੇ ਹਨ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਸਤਿਕਾਰਯੋਗ ਮਾਤਾ ਜੀ। ਇਹ ਜੋ ਇਤਿਹਾਸ ਦਾ ਇੱਕ ਪੰਨਾ ਹੈ, ਇਹ ਬੜਾ ਹੀ ਕੀਮਤੀ, ਜਾਂ ਇਸ ਤਰ੍ਹਾਂ ਆਖੀਏ ਸਭ ਤੋਂ ਵੱਧ ਕੀਮਤੀ। ਭਾਵੇਂ ਸ਼ਹੀਦ ਜਿਹੜੇ ਹੁੰਦੇ ਨੇ ਉਹ ਛੋਟੇ ਵੱਡੇ ਨਹੀਂ ਹੁੰਦੇ, ਕੋਈ ਘੱਟ ਸ਼ਹੀਦ ਹੈ, ਕੋਈ ਜ਼ਿਆਦਾ ਸ਼ਹੀਦ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਸ਼ਹੀਦ ਸਾਰੇ ਸ਼ਹੀਦ ਹੁੰਦੇ ਨੇ ਤੇ ਇੱਕੋ ਜਿਹੇ ਹੁੰਦੇ ਨੇ, ਲੇਕਿਨ ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਉਹਨਾਂ ਦਾ ਸਿਰੜ, ਉਹਨਾਂ ਦਾ ਅਕੀਦਾ, ਉਹਨਾਂ ਦੀ ਵਿਚਾਰਧਾਰਾ, ਉਹ ਇਤਿਹਾਸ ਦੇ ਪੰਨਿਆਂ ਤੇ ਇੱਕ ਆਪਣਾ ਨਿਵੇਕਲਾ ਸਥਾਨ ਰੱਖਦੀ ਹੈ। ਸੋ ਇਹ ਇਤਿਹਾਸਕ ਪੰਨਾ ਬੜਾ ਹੀ ਕੀਮਤੀ ਹੈ। ਸਾਨੂੰ ਸਭਨਾਂ ਨੂੰ ਇਸ ਇਤਿਹਾਸ ਨੂੰ ਸਮਝਣਾ, ਵਿਚਾਰਨਾ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਉਣਾ ਚਾਹੀਦਾ ਹੈ। ਮਨੁੱਖ ਕੇਵਲ ਤੇ ਕੇਵਲ ਇੱਕ ਵਿਚਾਰਧਾਰਾ ਦਾ ਨਾਂ ਹੈ, ਹੋਰ ਕੁਝ ਵੀ ਨਹੀਂ। ਆਪਾਂ ਨੂੰ ਪਤਾ ਹੈ ਕਿ ਆਪਣਾ ਸਰੀਰ 5 ਤੱਤਾਂ ਦਾ ਬਣਿਆ ਹੋਇਆ ਹੈ। ਇਹ ਜਿਹੜੇ 5 ਤੱਤ ਨੇ ਆਪਣੇ ਆਪ ਵਿੱਚ ਕੋਈ ਮਹੱਤਤਾ ਨਹੀਂ ਰੱਖਦੇ। ਜੇ ਇਹਨਾਂ 5 ਤੱਤਾਂ ਦੇ ਬਣੇ ਹੋਏ ਸਰੀਰ ਦੀ ਕੋਈ ਮਹੱਤਤਾ ਹੁੰਦੀ ਏ ਤੇ ਉਹ ਬੰਦੇ ਦੀ ਵਿਚਾਰਧਾਰਾ ਕਰਕੇ ਹੁੰਦੀ ਏ, ਹੋਰ ਕੁਝ ਨਹੀਂ। ਸੰਸਾਰ ਦੇ ਅੰਦਰ 2 ਤਰ੍ਹਾਂ ਦੀਆਂ ਵਿਚਾਰਧਾਰਾਵਾਂ ਚੱਲਦੀਆਂ ਨੇ। ਅੱਜ ਤੋਂ ਨਹੀਂ, ਸ਼ੁਰੂ ਤੋਂ, ਜਦੋਂ ਤੋਂ ਮਨੁੱਖ ਨੇ ਸੁਰਤ ਸੰਭਾਲੀ, ਉਦੋਂ ਤੋਂ ਮਨੁੱਖ ਮੁੱਖ ਰੂਪ ਵਿੱਚ 2 ਵਿਚਾਰਧਾਰਾਂ ਤੇ ਖੜਾ ਹੈ। ਇੱਕ ਵਿਚਾਰਧਾਰਾ ਹਾਂ ਪੱਖੀ ਤੇ ਇੱਕ ਨਾ ਪੱਖੀ, ਜਿਸ ਨੂੰ ਆਪਾਂ ਪੋਜ਼ਿਟਿਵ ਤੇ ਨੈਗੇਟਿਵ ਕਹਿ ਸਕਦੇ ਹਾਂ। ਜੇ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਵਿਚਾਰਧਾਰਾ ਉਸ ਵੱਲ ਧਿਆਨ ਲਿਜਾਈਏ ਤੇ ਇਹ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਤੋਂ ਚੱਲਦੀ ਆ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਸੱਚ ਦਾ ਢੰਡੋਰਾ ਸੰਸਾਰ ਵਿੱਚ ਫੇਰਿਆ, ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ, ਝੂਠ ਨੂੰ ਨਿਕਾਰਿਆ, ਜ਼ੁਲਮ ਕਰਨ ਵਾਲੇ ਬਾਬਰ ਨੂੰ ਜ਼ਾਬਰ ਆਖਿਆ, ਰਾਜਿਆਂ ਨੂੰ ਜਿਹੜੇ ਪਰਜਾ ਉੱਤੇ ਜ਼ੁਲਮ ਕਰਦੇ ਸਨ ਉਹਨਾਂ ਨੂੰ ਵਰਜਿਆ ਤੇ ਇਹ ਗੱਲ ਸਮਝਾਈ ਕਿ ਇਹ ਪਰਜਾ ਮਾਨੋ ਤੁਹਾਡੀ ਖੇਤੀ ਹੈ ਤੇ ਤੁਸੀਂ ਇਸ ਦੀ ਵਾੜ ਹੋ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤੇ ਫਿਰ ਖੇਤ ਬਚਿਆ ਨਹੀਂ ਰਹਿ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਉਸੇ ਹੀ ਵਿਚਾਰਧਾਰਾ ਨੂੰ ਅੱਗੇ ਤੋਰਦੇ ਨੇ। ਭਾਵੇਂ ਉਹਨਾਂ ਨੂੰ ਆਪਣੇ ਸਰੀਰ ਦੀ ਕੁਰਬਾਨੀ ਦੇਣੀ ਪਈ, ਸ਼ਹਾਦਤ ਦੇਣੀ ਪਈ, ਲੇਕਿਨ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਨਹੀਂ ਤਿਆਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸੇ ਹੀ ਵਿਚਾਰਧਾਰਾ ਨੂੰ ਅੱਗੇ ਤੋਰ ਰਹੇ ਨੇ। ਗੁਰੂ ਨਾਨਕ ਸਾਹਿਬ ਆਖਦੇ ਸਨ ਕਿ ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ ਤੇ ਜਿਸ ਤਰ੍ਹਾਂ ਵੀ ਕੋਈ ਆਪਣੇ ਧਾਰਮਿਕ ਅਕੀਦੇ ਅਨੁਸਾਰ ਜਿਉਣਾ ਚਾਹੇ, ਉਸ ਨੂੰ ਪੂਰਾ ਪੂਰਾ ਹੱਕ ਹੋਣਾ ਚਾਹੀਦਾ ਹੈ। ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੇ ਜੇ ਹਿੰਦੂ ਸਮਾਜ ਨੂੰ ਇੱਕ ਤਰ੍ਹਾਂ ਨਾਲ ਖਤਮ ਕਰਨ ਦੀ ਸੋਚ ਲਈ
ਜਾਂ ਉਹ ਆਪਣਾ ਧਰਮ ਤਬਦੀਲ ਕਰਕੇ ਇਸਲਾਮ ਵਿੱਚ ਸ਼ਾਮਲ ਹੋ ਜਾਣ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਦੀ ਇਸ ਵਿਚਾਰਧਾਰਾ ਦੇ ਸਾਹਮਣੇ ਆਪਣੀ ਵਿਚਾਰਧਾਰਾ ਲੈ ਕੇ ਮਾਨੋ ਇੱਕ ਚਟਾਨ ਦੀ ਤਰ੍ਹਾਂ ਅੱਗੇ ਖੜੇ ਹੋ ਗਏ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਧਾਰਮਿਕ ਅਕੀਦਾ ਕਿਸੇ ਮਨੁੱਖ ਦਾ ਕੁਝ ਵੀ ਹੋਵੇ, ਉਹਨੂੰ ਉਹਦੇ ਮੁਤਾਬਕ ਜੀਵਨ ਜਿਉਣ ਦਾ ਹੱਕ ਹੋਣਾ ਚਾਹੀਦਾ ਹੈ, ਉਹਦਾ ਹੱਕ ਖੋਇਆ ਨਹੀਂ ਜਾਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਹੀ ਵਿਚਾਰਧਾਰਾ ਨੂੰ ਹੋਰ ਅੱਗੇ ਤੋਰਿਆ। ਉਹਨਾਂ ਨੇ ਉਸ ਜ਼ੁਲਮ ਦੇ ਖਿਲਾਫ ਸ਼ਸਤਰ ਹੱਥ ਵਿੱਚ ਫੜਿਆ ਕਿ ਇਹ ਜਰਵਾਣੇ, ਇਹਨਾਂ ਦੀ ਆਤਮਾ ਇੱਥੋਂ ਤੱਕ ਮਰ ਚੁੱਕੀ ਏ ਜਾਂ ਸੌਂ ਚੁੱਕੀ ਏ, ਇਹਨਾਂ ਨੂੰ ਹੁਣ ਭਲੇ ਤੇ ਬੁਰੇ ਦੀ ਪਹਿਚਾਣ ਹੀ ਨਹੀਂ ਰਹੀ। ਇਹ ਕਿੰਨਾ ਵੀ ਜ਼ੁਲਮ ਕਰਨ, ਕਿੰਨਾ ਵੀ ਬੁਰਾ ਕਰਮ ਕਮਾਉਣ, ਇਹਨਾਂ ਦੀ ਨਿਗਾਹ ਵਿੱਚ ਉਹ ਚੰਗਾ ਹੀ ਹੈ, ਉਹ ਭਲਾ ਹੀ ਹੈ। ਇਹਨਾਂ ਨੂੰ ਹੁਣ ਪਿਆਰ ਦੀ ਬੋਲੀ ਵਿੱਚ ਸਮਝ ਨਹੀਂ ਆਉਣ ਵਾਲੀ। ਹੁਣ ਇਹਨਾਂ ਨੂੰ ਸਮਝ ਆਏਗੀ ਜਿਹੋ ਜੀ ਬੋਲੀ ਇਹ ਬੋਲਦੇ ਨੇ, ਉਹੋ ਜਿਹੀ ਜੇ ਬੋਲੀ ਬੋਲੀ ਜਾਏ। ਭਾਵ ਜੇ ਉਹਨਾਂ ਦੇ ਹੱਥ ਵਿੱਚ ਸ਼ਸਤਰ ਏ ਤੇ ਸਾਨੂੰ ਵੀ ਹੱਥ ਵਿੱਚ ਸ਼ਸਤਰ ਫੜ ਕੇ ਹੀ ਉਹਨਾਂ ਨੂੰ ਸਮਝਾਉਣਾ ਪੈਣਾ ਹੈ। ਇਸੇ ਹੀ ਲੜੀ ਦੇ ਤਹਿਤ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਹੁਣ ਛੋਟੇ ਸਾਹਿਬਜ਼ਾਦੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਉਹਨਾਂ ਨੂੰ ਹਾਜ਼ਰ ਜਾਂ ਪੇਸ਼ ਕੀਤਾ ਗਿਆ, ਉਹਨਾਂ ਨੂੰ ਬਹੁਤ ਸਾਰੇ ਡਰਾਵੇ ਦਿੱਤੇ ਗਏ, ਉਹਨਾਂ ਨੂੰ ਲੋਭ ਲਾਲਚ ਦਿੱਤੇ ਗਏ, ਉਹਨਾਂ ਨੂੰ ਕਈ ਪ੍ਰਕਾਰ ਦੀਆਂ ਗੱਲਾਂ ਸੁਣਾਈਆਂ ਗਈਆਂ ਕਿ ਉਹ ਜਾਂ ਡੋਲ ਜਾਣ ਜਾਂ ਉਹ ਸਾਡੀਆਂ ਗੱਲਾਂ ਵਿੱਚ ਆ ਕੇ ਆਪਣੀ ਜੋ ਗੁਰੂ ਨਾਨਕ ਸਾਹਿਬ ਤੋਂ ਵਿਚਾਰਧਾਰਾ ਚੱਲਦੀ ਆ ਰਹੀ ਏ ਉਸ ਨੂੰ ਉਹ ਤਬਦੀਲ ਕਰ ਲੈਣ। ਲੇਕਿਨ ਐਸਾ ਨਾ ਹੋ ਪਾਇਆ। ਕੋਈ ਵੀ ਜਿਹੜਾ ਜਿਹਨੂੰ ਅਸੀਂ ਮਹਾਂਪੁਰਸ਼ ਆਖਦੇ ਹਾਂ, ਸੰਤ ਆਖਦੇ ਹਾਂ, ਜਾਂ ਉੱਚੀ ਸੋਚ ਦੇ ਮਾਲਕ ਹੁੰਦੇ ਨੇ ਜਿਹੜੇ ਲੋਕ, ਉਹ ਜਿਹੜੀ ਵਿਚਾਰਧਾਰਾ ਸੱਚ ਦੇ ਆਧਾਰ 'ਤੇ ਚੱਲਦੀ ਹੁੰਦੀ ਏ, ਉਸ ਨੂੰ ਇੱਕ ਵਾਰੀ ਅਪਣਾ ਲੈਣ ਤੇ ਫਿਰ ਕਦੇ ਛੱਡਦੇ ਨਹੀਂ ਹੁੰਦੇ। ਵਿਚਾਰਧਾਰਾ ਸਰੀਰ ਦੇ ਮਰਨ ਨਾਲ ਕਦੇ ਮਰ ਨਹੀਂ ਜਾਂਦੀ ਹੁੰਦੀ। ਜੋ ਵੀ ਸਾਡੀ ਵਿਚਾਰਧਾਰਾ ਹੋਵੇ ਉਹ ਸਰੀਰ ਦੇ ਖਤਮ ਹੋਣ ਨਾਲ ਖਤਮ ਨਹੀਂ ਹੁੰਦੀ। ਮੈਂ ਸ਼ਬਦ ਸਾਡੇ ਵਰਤ ਲਿਆ, ਲੇਕਿਨ ਮੈਂ ਗੱਲ ਉੱਚੀ ਸੋਚ ਦੇ ਮਾਲਕ ਲੋਕਾਂ ਦੀ ਕਰਦਾ ਹਾਂ, ਜਿਵੇਂ ਮਹਾਂਪੁਰਸ਼ ਹੁੰਦੇ ਨੇ, ਗੁਰੂ ਜਨ ਹੁੰਦੇ ਨੇ, ਜਾਂ ਜਿਹੜੇ ਸ਼ਹੀਦ ਹੁੰਦੇ ਨੇ। ਹੁਣ ਇੱਕ ਛੋਟੀ ਜਿਹੀ ਕਹਾਣੀ ਅਸੀਂ ਪਹਿਲਾਂ ਵੀ ਪੜ੍ਹੀ ਏ ਕਿ ਇੱਕ ਨਦੀ ਵਿੱਚ ਇੱਕ ਬਿੱਛੂ ਰੁੜਦਾ ਜਾਂਦਾ ਹੈ। ਇੱਕ ਮਹਾਂਪੁਰਸ਼ ਉਸ ਨੂੰ ਕੱਢਣ ਦਾ ਯਤਨ ਕਰਦੇ ਨੇ। ਬਿੱਛੂ ਉਹਦੇ ਹੱਥਾਂ 'ਤੇ ਡੰਗ ਮਾਰਦਾ ਹੈ। ਤੁਹਾਡੇ ਜਿਹਾ ਕੋਈ ਸਿਆਣਾ ਪੁਰਸ਼ ਕੋਲ ਖਲੋਤਾ ਮਹਾਂਪੁਰਸ਼ਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਕੱਢਣ ਦਾ ਯਤਨ ਕਰਦੇ ਹੋ, ਇਹਦਾ ਜੀਵਨ ਬਚਾਉਣਾ ਚਾਹੁੰਦੇ ਹੋ, ਲੇਕਿਨ ਉਹ ਤੁਹਾਨੂੰ ਡੰਗ ਮਾਰਦਾ ਹੈ। ਤੁਸੀਂ ਇਹਨੂੰ ਡੁੱਬਣ ਦਿਓ, ਇਹਨੂੰ ਜਾਣ ਦਿਓ, ਇਹਨੂੰ ਛੱਡ ਦਿਓ। ਉਹ ਮਹਾਂਪੁਰਸ਼ ਕਹਿੰਦੇ ਨੇ, ਭਲਿਆ ਇਹ ਦੋ ਵਿਚਾਰਧਾਰਾਵਾਂ ਨੇ, ਮੇਰਾ ਤੇ ਬਿੱਛੂ ਦਾ ਕੋਈ ਆਪਸ ਵਿੱਚ ਵਿਰੋਧ ਨਹੀਂ। ਮੇਰੀ ਵਿਚਾਰਧਾਰਾ ਹੈ ਕਿ ਮੈਂ ਭਲਾ ਕਰਮ ਕਰਨਾ ਹੈ, ਇਸ ਦੀ ਵਿਚਾਰਧਾਰਾ ਹੈ ਕਿ ਇਹਨੇ ਡੰਗ ਹੀ ਮਾਰਨੇ ਨੇ। ਇਹ ਬਸ ਦੋ ਵਿਚਾਰਧਾਰਾਵਾਂ ਦਾ ਹੀ ਜਿਹੜਾ ਹੈ ਨਾ ਆਪਸ ਵਿੱਚ ਵਿਰੋਧ ਚੱਲਦਾ ਹੈ। ਦੁਨੀਆ ਦੇ ਕਿਸੇ ਕੋਨੇ ਵਿੱਚ ਕੋਈ ਝਗੜਾ ਹੋਵੇ, ਕੋਈ ਵਿਰੋਧ ਹੋਵੇ, ਉਹ ਵਿਚਾਰਧਾਰਾ ਤੋਂ ਹੀ ਆਰੰਭ ਹੁੰਦਾ ਹੈ। ਜਦੋਂ ਅਸੀਂ ਘਰਾਂ ਵਿੱਚ ਲੜਦੇ ਹਾਂ, ਅਸੀਂ ਪਤੀ ਪਤਨੀ ਦੀ ਗੱਲ, ਜਦੋਂ ਕੋਈ ਇਸ਼ੂ ਦੇ ਉੱਤੇ ਦੋਵਾਂ ਦੀ ਸਹਿਮਤੀ ਨਹੀਂ ਹੁੰਦੀ ਤੇ ਝਗੜਾ ਹੁੰਦਾ ਹੈ ਆਪਸ ਵਿੱਚ, ਉਹ ਵੀ ਦੋ ਵਿਚਾਰਧਾਰਾਵਾਂ ਹੀ ਟਕਰਾ ਰਹੀਆਂ ਹੁੰਦੀਆਂ ਨੇ, ਹੋਰ ਕੋਈ ਗੱਲ ਨਹੀਂ ਹੁੰਦੀ। ਇੱਕ ਦੀ ਵਿਚਾਰਧਾਰਾ ਨਾ ਪੱਖੀ, ਇੱਕ ਦੀ ਵਿਚਾਰਧਾਰਾ ਹਾਂ ਪੱਖੀ, ਉਹਨਾਂ ਦੋਵਾਂ ਦਾ ਜਦੋਂ ਟਕਰਾਅ ਹੁੰਦਾ ਹੈ, ਉਸ ਟਕਰਾਅ ਨੂੰ ਹੀ ਆਪਾਂ ਝਗੜਾ ਜਾਂ ਲੜਾਈ ਆਖਦੇ ਹਾਂ, ਹੋਰ ਕੁਝ ਨਹੀਂ ਹੁੰਦਾ। ਇਹ ਝਗੜਾ, ਇਹ ਟਕਰਾਅ
ਛੋਟੇ ਤੋਂ ਲੈ ਕੇ ਵੱਡੇ ਤੱਕ ਵੱਧਦਾ ਕਿਤੋਂ ਤੱਕ ਪਹੁੰਚ ਸਕਦਾ ਹੈ, ਉਹਦੀ ਕੋਈ ਹੱਦ ਨਹੀਂ ਹੁੰਦੀ। ਪਰ ਮੂਲ ਰੂਪ ਵਿੱਚ ਝਗੜੇ ਦਾ ਮੂਲ ਕਾਰਨ ਦੋ ਵਿਚਾਰਧਾਰਾਂ ਦਾ ਟਕਰਾਵ ਹੀ ਹੈ, ਹੋਰ ਕੁਝ ਨਹੀਂ। ਅਸੀਂ ਸਾਹਿਬਜ਼ਾਦਿਆਂ ਤੋਂ ਪਹਿਲਾਂ ਦਾ ਜੇ ਇਤਿਹਾਸ ਵੇਖੀਏ ਤੇ ਕਿੰਨੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਵਿਚਾਰਧਾਰਾ ਸਮੇਂ ਦੀਆਂ ਸਰਕਾਰਾਂ ਦੇ ਨਾਲ ਮੇਲ ਨਹੀਂ ਸੀ ਖਾਂਦੀ। ਮਹਾਂਪੁਰਸ਼ਾਂ ਦੀ ਵਿਚਾਰਧਾਰਾ, ਉਹਨਾਂ ਨੇ ਸੱਚ ਦਾ ਪੱਲਾ ਫੜਿਆ ਹੁੰਦਾ ਹੈ, ਉਹ ਸੱਚ ਬੋਲਦੇ ਨੇ, ਸੱਚ ਕਰਦੇ ਨੇ। ਲੇਕਿਨ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਵਕਤ ਦੀਆਂ, ਉਹਨਾਂ ਨੂੰ ਉਹ ਸੱਚ ਚੰਗਾ ਨਹੀਂ ਲੱਗਦਾ ਹੁੰਦਾ, ਕਿਉਂਕਿ ਉਹਨਾਂ ਦਾ ਰਾਜ ਹੀ ਝੂਠ ਦੇ ਆਧਾਰਿਤ ਹੁੰਦਾ ਹੈ ਤੇ ਸੱਚ ਇਉਂ ਉਹਨਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਸੱਚ ਮੇਰੇ ਰਾਜ ਨੂੰ ਡੇਗ ਦੇਵੇਗਾ। ਇਸ ਲਈ ਉਹ ਕਦੇ ਵੀ ਸੱਚ ਨੂੰ ਉੱਠਣ ਨਹੀਂ ਦਿੰਦੇ, ਉਹਨੂੰ ਦਬਾ ਕੇ ਰੱਖਦੇ ਨੇ। ਅਸੀਂ ਕਬੀਰ ਸਾਹਿਬ ਵੇਖ ਲਈਏ, ਉਹਨਾਂ ਦੇ ਨਾਲ ਜੋ ਕੁਝ ਵਾਪਰਿਆ ਉਹਨਾਂ ਦੇ ਜੀਵਨ ਵਿੱਚ, ਉਹਨਾਂ ਨੂੰ ਹਾਥੀਆਂ ਅੱਗੇ ਸੁੱਟਿਆ ਗਿਆ, ਉਹਨਾਂ ਨੂੰ ਗੰਗਾ ਵਿੱਚ ਡੋਬਿਆ ਗਿਆ। ਕਾਹਦੇ ਲਈ? ਕਬੀਰ ਜੀ ਕਿਸੇ ਦਾ ਕੀ ਨੁਕਸਾਨ ਕਰ ਰਹੇ ਸਨ? ਇੱਕ ਛੋਟੇ ਜਿਹੀ ਕਿਸਮ ਦਾ ਇੱਕ ਵਿਅਕਤੀ ਏ ਜਿਹੜਾ ਜੁਲਾਏ ਦਾ ਕੰਮ ਕਰਦਾ ਹੈ, ਉਹ ਕਿਸੇ ਦਾ ਕੀ ਨੁਕਸਾਨ ਕਰ ਸਕਦਾ ਹੈ? ਸਿਰਫ ਵਿਚਾਰਧਾਰਾ, ਜਿਹੜੀ ਵਕਤ ਦੀ ਵਿਚਾਰਧਾਰਾ, ਉਹਦੇ ਇਉਂ ਉਸ ਵਿਚਾਰਧਾਰਾ ਨੂੰ ਲੱਗ ਰਿਹਾ ਸੀ ਕਿ ਸਾਡੇ ਸਾਹਮਣੇ ਇਹ ਉਲਟ ਬੋਲਦਾ ਹੈ, ਗਲਤ ਬੋਲਦਾ ਹੈ, ਹੋਰ ਕੋਈ ਗੱਲ ਨਹੀਂ ਸੀ। ਅਸੀਂ ਇਤਿਹਾਸ ਪੜ੍ਹਦੇ ਹਾਂ, ਤਕਰੀਬਨ 2500 ਸਾਲ ਪੁਰਾਣਾ ਸੁਕਰਾਤ ਦਾ ਇਤਿਹਾਸ। ਉਹਦੇ ਵਿੱਚ ਸੁਕਰਾਤ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਨੇ, ਉਹ ਕੁਛ ਗਲਤ ਨਹੀਂ ਕਿਸੇ ਨੂੰ ਕਹਿੰਦੇ। ਉਹਨਾਂ ਦੇ ਨਾਲ ਵਕਤ ਦੀ ਰਾਜਾਸ਼ਾਹੀ ਉਹਦੇ ਖਿਲਾਫ ਹੋ ਜਾਂਦੀ ਹੈ। ਸੁਕਰਾਤ ਹੁਣ ਆਪਣੀ ਵਿਚਾਰਧਾਰਾ ਨੂੰ ਬਦਲਣ ਦੇ ਹੱਕ ਵਿੱਚ ਨਹੀਂ। ਉਹਦੀ ਵਿਚਾਰਧਾਰਾ ਕੀ ਹੈ ਕਿ ਲੋਕੀ ਕਰਮ ਕਾਂਡਾਂ ਦੇ ਬਲ ਬੋਤੇ ਤੇ ਜੀਵਨ ਜਿਉਂਦੇ ਨੇ, ਲੋਕਾਂ ਨੇ ਮਨੋਕਲਪਿਤ ਕਹਾਣੀਆਂ ਜੋੜੀਆਂ ਹੋਈਆਂ ਨੇ ਦੇਵੀਆਂ ਦੇਵਤਾਵਾਂ ਦੀਆਂ, ਇਸੇ ਤਰ੍ਹਾਂ ਬਹੁਤ ਕੁਝ। ਸੁਕਰਾਤ ਕਹਿੰਦਾ ਹੈ ਕਿ ਤੁਸੀਂ ਸੱਚ ਨੂੰ ਪਹਿਚਾਣੋ, ਤੇ ਸੱਚ ਨੂੰ ਪਹਿਚਾਨਣ ਦਾ ਇੱਕ ਉਹਨਾਂ ਤਰੀਕਾ ਦੱਸਿਆ ਸੀ। ਉਹ ਤਰੀਕਾ ਸੀ ਕਿ ਹਰ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਸਵਾਲ ਖੜੇ ਕਰੋ, ਸਵਾਲ ਕਰਦੇ ਜਾਓ, ਉਹਦਾ ਜਵਾਬ ਲੱਭੋ। ਜਿਹੜਾ ਜਵਾਬ ਆਵੇ ਉਹਦੇ ਉੱਤੇ ਫਿਰ ਸਵਾਲ ਖੜਾ ਕਰੋ, ਉਹਦਾ ਫਿਰ ਜਵਾਬ ਲੱਭੋ, ਤੇ ਤੁਸੀਂ ਇੱਕ ਵਕਤ ਆਏਗਾ ਜਦੋਂ ਬਿਲਕੁਲ ਠੀਕ ਟਿਕਾਣੇ ਤੇ ਪਹੁੰਚ ਜਾਓਗੇ। ਆਖਿਰ ਉਹਦੇ ਉੱਤੇ ਦੋਸ਼ ਇਹੀ ਸੀ ਕਿ ਉਹ ਸੱਚ ਬੋਲਦਾ ਹੈ ਤੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਜਿਹੜੇ ਜਵਾਨ ਲੋਕ ਨੇ ਉਹਦੀਆਂ ਗੱਲਾਂ ਵਿੱਚ ਆ ਕੇ ਉਹ ਕੁਰਾਹੇ ਪੈ ਰਹੇ ਨੇ। ਉਸ ਦੇ ਉੱਤੇ ਦੋਸ਼ ਲਗਾਇਆ ਗਿਆ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ, ਉਹਨੂੰ ਜ਼ਹਿਰ ਦਾ ਪਿਆਲਾ ਪਿਆਇਆ ਜਾਏਗਾ ਜਿਸ ਨੂੰ ਪੀ ਕੇ ਉਹ ਮਰੇਗਾ। ਉਸ ਨੂੰ ਕੈਦਖਾਨੇ ਵਿੱਚ ਪਾ ਲਿਆ ਗਿਆ। ਇੱਕ ਦਿਨ ਮਿੱਥ ਦਿੱਤਾ ਗਿਆ ਕਿ ਫਲਾਣੇ ਦਿਨ ਇਸ ਨੂੰ ਜ਼ਹਿਰ ਦਾ ਪਿਆਲਾ ਪਿਆਇਆ ਜਾਏਗਾ। ਕੁਛ ਜਿਹੜੇ ਜਵਾਨ ਲੋਕ ਸਨ, ਉਹਨਾਂ ਨੇ ਸੁਕਰਾਤ ਨੂੰ ਸਲਾਹ ਦਿੱਤੀ ਕਿ ਤੂੰ ਜੇਲ੍ਹ ਵਿੱਚੋਂ ਤੈਨੂੰ ਅਸੀਂ ਦੁੜਾ ਸਕਦੇ ਹਾਂ, ਤੂੰ ਦੌੜ ਜਾ, ਇੱਥੋਂ ਯੂਨਾਨ ਛੱਡ ਕੇ ਕਿਤੇ ਚਲਾ ਜਾ ਤੇ ਤੂੰ ਆਪਣੀ ਜਾਨ ਬਚਾ। ਉਹਨੇ ਆਖਿਆ ਸੀ, ਨਹੀਂ, ਜੇ ਮੈਂ ਛੱਡ ਕੇ ਚਲਾ ਗਿਆ, ਮੈਂ ਦੌੜ ਗਿਆ, ਤੇ ਜੋ ਕੁਛ ਅੱਜ ਤੱਕ ਮੈਂ ਆਖਿਆ ਸੱਚ ਦੇ ਆਧਾਰ ਤੇ ਬੋਲਿਆ, ਉਹ ਸਾਰਾ ਹੀ ਝੂਠ ਸਿੱਧ ਹੋ ਜਾਏਗਾ। ਮੈਂ ਛੱਡਣਾ ਨਹੀਂ ਚਾਹੁੰਦਾ। ਸਗੋਂ ਜਦੋਂ ਉਹਨਾਂ ਉੱਤੇ ਦੋਸ਼ ਲਗਾਇਆ ਗਿਆ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਉਦੋਂ ਵੀ ਇਹ ਗੱਲ ਆਖੀ ਗਈ, ਜੇ ਤੂੰ ਇਹ ਮੁਲਕ ਛੱਡ ਕੇ ਚਲਾ ਜਾਏ ਤੇ ਤੇਰੇ ਉੱਤੇ ਦੋਸ਼ ਨਹੀਂ ਲਗਾਇਆ ਜਾਏਗਾ।
ਸੁਕਰਾਤ ਨੇ ਆਖਿਆ ਸੀ, ਜੇ ਇਸ ਜਗ੍ਹਾ ਤੇ ਮੇਰੇ ਉੱਤੇ ਇਹ ਦੋਸ਼ ਲੱਗਦਾ ਹੈ ਕਿ ਮੈਂ ਸੱਚ ਕਿਉਂ ਬੋਲਦਾ, ਤੇ ਮੈਂ ਜਿੱਥੇ ਜਾਵਾਂਗਾ ਮੇਰੀ ਵਿਚਾਰਧਾਰਾ ਮੇਰੇ ਨਾਲ ਜਾਏਗੀ। ਜੇ ਮੇਰੀ ਵਿਚਾਰਧਾਰਾ ਇੱਥੋਂ ਦੇ ਲੋਕਾਂ ਨੂੰ ਪਸੰਦ ਨਹੀਂ, ਇੱਥੋਂ ਦੇ ਬਾਦਸ਼ਾਹ ਨੂੰ ਪਸੰਦ ਨਹੀਂ, ਤੇ ਜਿੱਥੇ ਵੀ ਮੈਂ ਜਾਵਾਂਗਾ ਉੱਥੋਂ ਦੇ ਬਾਦਸ਼ਾਹ ਨੂੰ ਮੇਰੀ ਵਿਚਾਰਧਾਰਾ ਪਸੰਦ ਨਹੀਂ ਆਏਗੀ, ਉੱਥੇ ਵੀ ਮੈਨੂੰ ਮੌਤ ਦੀ ਸਜ਼ਾ ਹੀ ਮਿਲਣੀ ਹੈ। ਕਿਉਂ ਨਾ ਮੈਂ ਇੱਥੇ ਹੀ ਉਸ ਨੂੰ ਪ੍ਰਵਾਨ ਕਰ ਲਵਾਂ। ਆਖਿਰ ਉਹ ਵਕਤ ਆ ਗਿਆ ਜਦੋਂ ਉਸਨੇ ਜ਼ਹਿਰ ਦਾ ਪਿਆਲਾ ਪੀਣਾ ਸੀ। ਉਸ ਵਕਤ ਜਿਹੜੇ ਉਹਨੂੰ ਪਸੰਦ ਕਰਨ ਵਾਲੇ ਲੋਕ ਸਨ ਉਹਦੇ ਪਾਸ ਪਹੁੰਚੇ। ਉਹਨਾਂ ਨੇ ਦੁੱਖ ਜ਼ਾਹਰ ਕੀਤਾ ਕਿ ਤੂੰ ਹੁਣ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਾ ਹੈ। ਸੁਕਰਾਤ ਕਹਿੰਦਾ ਸੀ, ਨਹੀਂ, ਤੁਸੀਂ ਮੇਰੀ ਗੱਲ ਨੂੰ ਅਜੇ ਠੀਕ ਤਰ੍ਹਾਂ ਨਾਲ ਸਮਝੇ ਹੀ ਨਹੀਂ। ਮੇਰੇ ਨਾਲੋਂ ਤੁਸੀਂ ਉਸ ਦਿਨ ਵਿਛੜੋਗੇ ਜਿਸ ਦਿਨ ਮੇਰੀ ਵਿਚਾਰਧਾਰਾ ਨੂੰ ਛੱਡ ਦਿਓਗੇ। ਜੇ ਤੁਸੀਂ ਮੇਰੀ ਵਿਚਾਰਧਾਰਾ ਨੂੰ ਅਪਣਾਈ ਰੱਖੋਗੇ ਤੇ ਤੁਸੀਂ ਕਦੇ ਮੇਰੇ ਨਾਲੋਂ ਵਿਛੜ ਨਹੀਂ ਸਕਦੇ। ਬਸ ਇੰਨੀ ਕੁ ਗੱਲ ਜੀ ਆਪਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਆਪਾਂ ਗੁਰੂਆਂ ਨਾਲੋਂ, ਸਾਹਿਬਜ਼ਾਦਿਆਂ ਨਾਲੋਂ, ਗੁਰੂ ਨਾਨਕ ਸਾਹਿਬ ਦੀ ਇਸ ਸਿੱਖੀ ਨਾਲੋਂ ਉਦੋਂ ਟੁੱਟ ਜਾਵਾਂਗੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਛੱਡਾਂਗੇ। ਭਾਵੇਂ ਆਪਾਂ ਗੁਰਦੁਆਰਿਆਂ ਵਿੱਚ ਆਉਂਦੇ ਹਾਂ, ਸੰਗਤ ਵਿੱਚ ਬੈਠਦੇ ਹਾਂ, ਲੇਕਿਨ ਮੇਰੇ ਜੋ ਵੇਖਣ ਵਿੱਚ ਆਇਆ ਹੈ ਕਿ ਅਸੀਂ ਤਕਰੀਬਨ 90% ਲੋਕ ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਤਿਆਗਿਆ ਹੋਇਆ ਹੈ। ਉਂਝ ਸਿੱਖ ਹਾਂ, ਅਸੀਂ ਕਕਾਰ ਵੀ 5 ਪਾਏ ਹੋਏ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੀ ਜਾ ਰਹੇ ਹਾਂ, ਅਸੀਂ ਸਾਰੇ ਕੰਮ ਕਰੀ ਜਾ ਰਹੇ ਹਾਂ ਜੋ ਕਰਨ ਵਾਲੇ ਆਖੇ ਗਏ ਨੇ ਸਾਨੂੰ, ਲੇਕਿਨ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਅਪਣਾ ਰਹੇ। ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸੁਕਰਾਤ ਦੇ ਸ਼ਬਦਾਂ ਵਿੱਚ ਕਿ ਮੇਰੇ ਨਾਲੋਂ ਤੁਸੀਂ ਉਸ ਦਿਨ ਵਿਛੜ ਜਾਓਗੇ ਜਿਸ ਦਿਨ ਤੁਸੀਂ ਮੇਰੀ ਵਿਚਾਰਧਾਰਾ ਨੂੰ ਛੱਡ ਦਿਓਗੇ। ਜੇ ਤੁਸੀਂ ਮੇਰੀ ਵਿਚਾਰਧਾਰਾ ਨੂੰ ਅਪਣਾਈ ਰੱਖੋਗੇ ਤੇ ਮੇਰੇ ਮਰਨ ਤੋਂ ਬਾਅਦ ਵੀ ਤੁਸੀਂ ਮੇਰੇ ਨਾਲੋਂ ਵਿਛੜੋਗੇ ਨਹੀਂ। ਇਹੋ ਹੀ ਗੱਲ ਗੁਰੂ ਨਾਨਕ ਸਾਹਿਬ ਬਾਰ-ਬਾਰ ਕਹਿ ਰਹੇ ਨੇ, ਸ਼ਬਦ ਨਾਲ ਜੁੜੇ ਰਹੋਗੇ ਤੇ ਵਿਛੜੋਗੇ ਨਹੀਂ। ਸ਼ਬਦ ਨਾਲੋਂ ਟੁੱਟ ਜਾਣਾ ਹੀ ਗੁਰੂ ਨਾਲੋਂ ਟੁੱਟਣਾ ਹੈ। ਸ਼ਬਦ ਨੂੰ ਤਿਆਗ ਦੇਣਾ, ਸ਼ਬਦ ਤੋਂ ਭਾਵ ਵਾਹਿਗੁਰੂ ਵਾਹਿਗੁਰੂ ਹੀ ਨਹੀਂ ਕੱਲਾ, ਸ਼ਬਦ ਤੋਂ ਭਾਵ ਕੱਲਾ ਮੂਲ ਮੰਤਰ ਪੜ੍ਹੀ ਜਾਣਾ ਜਾਂ ਜਪਜੀ ਪੜ੍ਹੀ ਜਾਣਾ ਹੀ ਨਹੀਂ ਹੁੰਦਾ। ਸ਼ਬਦ ਤੋਂ ਭਾਵ ਉਸ ਵਿਚਾਰਧਾਰਾ ਨਾਲੋਂ ਟੁੱਟ ਜਾਣਾ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਹੈ। ਜਿਸ ਦਿਨ ਅਸੀਂ ਉਸ ਵਿਚਾਰਧਾਰਾ ਨਾਲੋਂ ਟੁੱਟਾਂਗੇ ਉਸ ਦਿਨ ਅਸੀਂ ਗੁਰੂ ਨਾਲੋਂ ਟੁੱਟ ਜਾਵਾਂਗੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝ ਕੇ ਜੀਵਨ ਵਿੱਚ ਅਪਣਾਈਏ। ਉਹਨਾਂ ਦੀ ਹੁਣ ਵਿਚਾਰਧਾਰਾ ਕੀ ਹੈ, ਇਸ ਨੂੰ ਸਮਝਣ ਲਈ ਹੀ ਸਾਨੂੰ ਗੁਰਬਾਣੀ ਪੜ੍ਹਨ ਦੀ ਲੋੜ ਹੈ। ਜੇ ਆਪਾਂ ਗੁਰਬਾਣੀ ਨੂੰ ਪੜ੍ਹ ਲਿਆ, ਗੁਰਬਾਣੀ ਨੂੰ ਸਮਝ ਲਿਆ ਤੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਮਝ ਆ ਜਾਏਗੀ, ਫਿਰ ਉਹਦੇ ਤੇ ਚੱਲਣਾ ਬਾਕੀ ਰਹੇਗਾ। ਜੇ ਸਾਨੂੰ ਵਿਚਾਰਧਾਰਾ ਸਮਝ ਆ ਜਾਏ ਤੇ ਚੱਲਣਾ ਆਸਾਨ ਹੋ ਜਾਂਦਾ ਹੈ। ਜੇ ਸਮਝ ਹੀ ਨਾ ਆਵੇ ਫਿਰ ਅਸੀਂ ਭੰਬਲ ਭੂਸੇ ਵਿੱਚ ਪੈ ਰਹਿੰਦੇ ਹਾਂ, ਡੱਕੋ ਡੋਲੇ ਖਾਂਦੇ ਰਹਿੰਦੇ ਹਾਂ। ਫਿਰ ਲੋਕਾਂ ਨੂੰ ਪੁੱਛਦੇ ਹਾਂ ਵੀ ਆਹ ਕਰਮ ਠੀਕ ਹੈ ਕਿ ਨਹੀਂ, ਮੱਥਾ ਕਿਹੜੇ ਪਾਸਿਓਂ ਟੇਕਣਾ ਹੈ, ਅੱਗੋਂ ਟੇਕੀਏ ਪਿੱਛੋਂ ਜਾ ਕੇ ਟੇਕੀਏ। ਬਸ ਅਸੀਂ ਇੱਥੇ ਕਰਕੇ ਰੁਕੇ ਰਹਿ ਜਾਂਦੇ ਹਾਂ। ਪਰ ਜੇ ਸਾਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਮਝ ਆ ਜਾਏ ਫਿਰ ਮੈਨੂੰ ਬਹੁਤ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਸਭ ਕੁਝ ਹੀ ਕਰਨ ਦੀ ਜ਼ਰੂਰਤ ਨਹੀਂ। ਗੁਰੂ ਨਾਨਕ ਸਾਹਿਬ ਦਾ ਰਸਤਾ ਬੜਾ ਹੀ ਸਿੱਧਾ ਹੈ, ਬੜਾ ਹੀ ਸਧਾਰਨ ਤੇ ਸਾਦਾ ਹੈ। ਅਸੀਂ ਉਸ ਨੂੰ ਮੁਸ਼ਕਿਲ ਬਣਾ ਚੁੱਕੇ ਹਾਂ ਔਰ ਇਸ ਨੂੰ ਮੁਸ਼ਕਿਲ ਬਣਾਉਣ ਵਿੱਚ ਸਾਡੇ ਕਹੇ ਜਾਂਦੇ ਪ੍ਰਬੰਧਕਾਂ ਦਾ ਤੇ ਸਾਡੇ ਕਹੇ ਜਾਂਦੇ ਪ੍ਰਚਾਰਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਨੂੰ ਮੁਸ਼ਕਿਲ ਬਣਾਉਣ ਵਿੱਚ।
ਇੰਨਾ ਆਸਾਨ ਰਸਤਾ ਜੇ ਸੱਚਮੁੱਚ ਹੀ ਗੁਰੂ ਸਾਹਿਬ ਨੇ ਸਾਨੂੰ ਸਿੱਖੀ ਨਾਲ ਜੋੜਨਾ ਸੀ ਤੇ ਫਿਰ ਇੰਨਾ ਮੁਸ਼ਕਿਲ ਰਾਹ ਵਿਖਾਉਣਾ ਸੀ, ਤੇ ਫਿਰ ਉਹ ਤੇ ਇਹੋ ਜਿਹੇ ਰਸਤੇ ਤੇ ਸਨ ਪਹਿਲਾਂ ਹੀ। ਨਵਾਂ ਰਸਤਾ ਕੀ ਹੋਇਆ? ਗੁਰੂ ਨਾਨਕ ਸਾਹਿਬ ਦਾ ਨਵਾਂ ਮਾਰਗ ਜਿਹੜਾ ਸੀ, ਸਿੱਖੀ ਦਾ ਮਾਰਗ ਜਿਸ ਨੂੰ ਆਪਾਂ ਆਖਦੇ ਹਾਂ, ਉਹ ਬੜਾ ਸਾਧਾਰਨ ਹੈ। ਪਰਿਵਾਰ ਵਿੱਚ ਰਹੋ, ਜ਼ਿੰਦਗੀ ਠੀਕ ਢੰਗ ਨਾਲ ਜੀਵੋ, ਧਰਮ ਦੀ ਕਿਰਤ ਕਰੋ, ਰੱਬ ਨੂੰ ਚੇਤੇ ਰੱਖੋ, ਕੋਈ ਲੋੜਵੰਦ ਤੁਹਾਨੂੰ ਮਿਲੇ ਤੇ ਜਿੰਨੀ ਹੋ ਸਕੇ ਉਹਦੀ ਸਹਾਇਤਾ ਕਰੋ। ਆਹ ਸੀ ਸਿੱਖੀ ਮਾਰਗ। ਅਸੀਂ ਇਹਨੂੰ ਕੀ ਦਾ ਕੀ ਬਣਾ ਕੇ ਬਹਿ ਗਏ ਹਾਂ। ਇਸ ਦੇ ਉੱਤੋਂ ਅਸੀਂ ਸੱਚੀ ਮੁੱਚੀ ਸਮਝਣ ਦੀ ਕੋਸ਼ਿਸ਼ ਕਰੀਏ ਇਸ ਨੂੰ, ਔਰ ਆਪਣੀ ਜ਼ਿੰਦਗੀ ਦੇ ਵਿੱਚੋਂ ਇਹ ਜਿਹੜੀਆਂ ਅਸੀਂ ਮੁਸ਼ਕਿਲ ਜੀਆਂ ਚੀਜ਼ਾਂ ਅਪਣਾ ਲਈਆਂ ਨੇ, ਇਹਨਾਂ ਨੂੰ ਹੌਲੀ ਹੌਲੀ ਛੱਡਣ ਦੀ ਖੇਚਲ ਕਰੀਏ। ਇਹਨਾਂ ਦੀ ਲੋੜ ਨਹੀਂ। ਪੁਰਾਣੀ ਗੱਲ, ਇੱਕ ਵਾਰੀ ਇੱਥੇ ਨਾ ਇੱਕ ਸਟਾਲ ਲਾਇਆ ਬਾਹਰ ਕਿਸੇ ਨੇ, ਤੇ ਉਹਦੇ ਤੇ ਉਹ ਸਮਾਨ ਵੇਚ ਰਿਹਾ ਸੀ, ਕਿਰਪਾਨਾਂ, ਕੰਗੇ, ਕੜੇ ਆਦਿਕ। ਇੱਥੋਂ ਸਟੇਜ ਤੋਂ ਅਨਾਉਂਸ ਕੀਤਾ ਗਿਆ ਸੀ ਕਿ ਬਾਹਰ ਅੱਜ ਸਟਾਲ ਲੱਗਾ ਹੋਇਆ ਹੈ ਜਿਸ ਤੋਂ ਤੁਸੀਂ ਸਿੱਖੀ ਦਾ ਸਮਾਨ ਖਰੀਦ ਸਕਦੇ ਹੋ। ਇਹ ਅਨਾਉਂਸਮੈਂਟ ਇਸ ਸਟੇਜ ਤੋਂ ਹੋਈ ਸੀ। ਮੈਂ ਉਸ ਦਿਨ ਇੰਨਾ ਹੈਰਾਨ ਰਿਹਾ ਸਾਂ ਕਿ ਸਿੱਖੀ ਵੀ ਸਮਾਨ ਨਾਲ ਬਣਦੀ ਏ। ਗੁਰੂ ਸਾਹਿਬ ਤੇ ਕਹਿੰਦੇ ਨੇ, ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਦੇ ਵਿਚਾਰ ਨੂੰ ਜੀਵਨ ਵਿੱਚ ਅਪਣਾਉਣਾ ਸਿੱਖੀ ਹੈ। ਅਸੀਂ ਸਿੱਖੀ ਸਮਾਨ ਨਾਲ ਬਣਾ ਰਹੇ ਹਾਂ ਕਿ ਇਹੋ ਜਿਹਾ ਸਮਾਨ ਲੈ ਕੇ ਸਰੀਰ ਤੇ ਪਾ ਲਓ ਤੇ ਤੁਸੀਂ ਸਿੱਖ ਬਣ ਜਾਓਗੇ। ਉਹ ਸਮਾਨ ਲੱਥ ਗਿਆ ਤੇ ਤੁਸੀਂ ਸਿੱਖ ਨਹੀਂ ਰਹੋਗੇ ਜੀ। ਇਹੋ ਜੀ ਗੁਰੂ ਨਾਨਕ ਦੀ ਕੋਈ ਸਿੱਖੀ ਨਹੀਂ ਜਿਹੜੀ ਸਮਾਨ ਨਾਲ ਸਿੱਖੀ ਬਣਦੀ ਹੋਵੇ। ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿਚਾਰਧਾਰਾ ਨਾਲ ਬਣਦੀ ਏ, ਤੇ ਵਿਚਾਰਧਾਰਾ ਹਾਂ ਪੱਖੀ, ਜਿਹਦੇ ਵਿੱਚ ਸਾਡਾ ਆਪਣਾ ਤੇ ਸਰਬੱਤ ਦਾ ਭਲਾ ਛਿਪਿਆ ਹੋਵੇ। ਉਸ ਵਿਚਾਰਧਾਰਾ ਨੂੰ ਸਿੱਖੀ ਨੇ ਅਪਣਾਇਆ, ਉਸੇ ਨੂੰ ਹੀ ਸਿੱਖੀ ਆਖਿਆ ਜਾਂਦਾ ਹੈ। ਆਪਾਂ ਉਸ ਨੂੰ ਅਪਣਾਉਣ ਦਾ ਯਤਨ ਕਰੀਏ। ਅਸੀਂ ਵਿਚਾਰ ਕਰਦੇ ਹਾਂ ਕਿ ਅੱਜ ਆਪਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਰਾਂ ਦੀ ਯਾਦ ਵਿੱਚ ਜੁੜਨਾ ਹੈ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ 1696 ਈਸਵੀ ਵਿੱਚ ਆਨੰਦਪੁਰ ਸਾਹਿਬ ਹੋਇਆ। ਉਹਨਾਂ ਦੀ 8 ਸਾਲ ਦੀ ਉਮਰ ਸੀ, ਲਗਭਗ 8 ਸਾਲ ਦੀ, ਜਦੋਂ ਉਹ 13 ਪੋਹ 1704 ਈਸਵੀ ਨੂੰ ਸਰਹੰਦ ਦੇ ਅੰਦਰ, ਜਿਸ ਨੂੰ ਅੱਜ ਕੱਲ੍ਹ ਆਪਾਂ ਫਤਿਹਗੜ੍ਹ ਸਾਹਿਬ ਆਖਦੇ ਹਾਂ, ਸ਼ਹੀਦ ਹੋਏ। ਇਹ ਮਹਾਨ ਕੋਸ਼ ਵਿੱਚ ਬਚਨ ਲਿਖੇ ਹੋਏ ਨੇ। ਦੂਜੇ ਇੱਥੋਂ ਦੇ ਸ਼ਹੀਦ ਹਨ ਬਾਬਾ ਫਤਿਹ ਸਿੰਘ ਜੀ। ਉਹਨਾਂ ਦਾ ਜਨਮ 1698 ਈਸਵੀ ਵਿੱਚ ਆਨੰਦਪੁਰ ਸਾਹਿਬ ਹੋਇਆ। ਉਹਨਾਂ ਦੀ ਉਮਰ ਉਦੋਂ ਲਗਭਗ 6 ਸਾਲ ਸੀ, ਜਦੋਂ ਉਹ ਆਪਣੇ ਵੱਡੇ ਵੀਰ ਬਾਬਾ ਜ਼ੋਰਾਵਰ ਸਿੰਘ ਜੀ ਦੇ ਨਾਲ 13 ਪੋਹ 1704 ਈਸਵੀ ਨੂੰ ਫਤਿਹਗੜ੍ਹ ਸਾਹਿਬ ਸ਼ਹੀਦ ਹੋਏ। ਇਹ ਸ਼ਹੀਦ ਕਿਉਂ ਹੋਏ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਜਿਹੜੀ ਵਿਚਾਰਧਾਰਾ ਸੀ ਗੁਰੂ ਨਾਨਕ ਸਾਹਿਬ ਦੀ, ਉਹਦੇ ਉੱਤੇ ਉਹ ਚੱਲ ਰਹੇ ਸਨ। ਉਸ ਨੂੰ ਉਹ ਛੱਡਣਾ ਨਹੀਂ ਸਨ ਚਾਹੁੰਦੇ। ਯਤਨ ਕੀਤਾ ਗਿਆ ਕਿ ਉਸ ਵਿਚਾਰਧਾਰਾ ਨੂੰ ਛੱਡ ਕੇ ਵਕਤ ਦੇ ਬਾਦਸ਼ਾਹ ਦੀ ਵਿਚਾਰਧਾਰਾ ਨੂੰ ਉਹ ਅਪਣਾ ਲੈਣ। ਬਸ ਗੱਲ ਇੰਨੀ ਸੀ, ਹੋਰ ਕੁਝ ਨਹੀਂ। ਅਸੀਂ ਲੰਮੀਆਂ ਚੌੜੀਆਂ ਕਹਾਣੀਆਂ ਜਿੰਨੀਆਂ ਮਰਜ਼ੀ ਘੜ ਲਈਏ, ਉਹ ਇੱਕ ਵੱਖਰੀ ਗੱਲ ਏ। ਹੁਣ ਅਸੀਂ ਸਮਝਦੇ ਹਾਂ ਕਿ 6 ਪੋਹ 19 ਦਸੰਬਰ ਰਾਤ ਨੂੰ ਆਨੰਦਪੁਰ ਦਾ ਕਿਲ੍ਹਾ ਛੱਡਿਆ ਗਿਆ ਸੀ। 7 ਪੋਹ 20 ਦਸੰਬਰ ਨੂੰ ਸਵੇਰੇ ਜਦੋਂ ਸਰਸਾ ਦੀ ਜੰਗ ਹੋਈ, ਇੱਥੇ ਹੀ ਪਰਿਵਾਰ ਦਾ ਵਿਛੋੜਾ ਹੋਇਆ। ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਕੁਝ ਸਿੰਘ ਉਹ ਇੱਕ ਪਾਸੇ ਚਲੇ ਗਏ। ਮਾਤਾਵਾਂ ਭਾਈ ਮਣੀ ਸਿੰਘ ਇੱਕ ਪਾਸੇ ਚਲੇ ਗਏ ਤੇ ਮਾਤਾ ਗੁਜਰੀ ਜੀ
ਛੋਟੇ ਦੋਨੋਂ ਸਾਹਿਬਜ਼ਾਦੇ ਇੱਕ ਤੀਜੇ ਪਾਸੇ ਸਰਸਾ ਤੋਂ ਪਾਰ ਹੋਏ। ਇਹ 20 ਤਰੀਕ ਦੀ ਗੱਲ ਏ। ਹੁਣ 20 ਦੀ ਸ਼ਾਮ ਪਈ, ਯਾਨੀ 7 ਪੋਹ ਦੀ ਸ਼ਾਮ, ਉਹ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਚਲੇ ਗਏ। ਕੁੰਮਾ ਮਾਸ਼ਕੀ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਕਿ ਸ਼ਾਇਦ ਇਹ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਲੇਕਿਨ ਬਾਅਦ ਵਿੱਚ ਇਹ ਮੁਸਲਮਾਨ ਬਣ ਗਿਆ। ਇਹਦਾ ਨਾਂ ਕਮਾਲਦੀਨ ਰੱਖਿਆ ਗਿਆ ਸੀ, ਜਿਸ ਨੂੰ ਕੁੰਮਾ ਮਾਸ਼ਕੀ ਆਪਾਂ ਆਖਦੇ ਹਾਂ। ਇਹਦੀ ਝੁੱਗੀ ਵਿੱਚ ਰਾਤ ਨੂੰ ਸਾਹਿਬਜ਼ਾਦੇ ਤੇ ਮਾਤਾ ਜੀ ਠਹਿਰੇ। ਇਹ ਰਾਤ ਇੱਥੇ ਬਿਤਾਈ। ਅਗਲਾ ਦਿਨ ਚੜ੍ਹਿਆ 8 ਪੋਹ 21 ਦਸੰਬਰ। ਗੰਗੂ ਇੱਥੇ ਹੀ ਆ ਕੇ ਇਹਨਾਂ ਨੂੰ ਮਿਲਿਆ। ਆਖਣ ਲੱਗਾ, ਮਾਤਾ ਜੀ ਤੁਸੀਂ ਮੇਰੇ ਘਰ ਚੱਲੋ। ਮਾਤਾ ਜੀ ਗੰਗੂ ਦੇ ਨਾਲ ਪਿੰਡ ਸਹੇੜੀ ਵਿਖੇ, ਜਿਹਨੂੰ ਅੱਜ ਕੱਲ੍ਹ ਉਖੇੜੀ ਵੀ ਕਹਿ ਦਿੰਦੇ ਨੇ, ਸਹੇੜੀ ਵਿਖੇ ਗੰਗੂ ਦੇ ਘਰ ਸਾਹਿਬਜ਼ਾਦੇ ਤੇ ਸਤਿਕਾਰਯੋਗ ਮਾਤਾ ਜੀ ਚਲੇ ਗਏ। ਰਾਤ ਉੱਥੇ ਠਹਿਰੇ। ਉਹ ਜਿਹੜੀ ਰਾਤ ਕਾਰਵਾਈ ਕੀਤੀ ਇਹਨੇ ਗੰਗੂ ਨੇ, ਆਪਾਂ ਸਾਰੇ ਜਾਣਦੇ ਹਾਂ। ਮਾਇਆ ਚੁਰਾਈ। ਮਾਤਾ ਜੀ ਨੇ ਆਖਿਆ, ਗੰਗੂ ਤੂੰ ਚੋਰੀ ਕਾਹਨੂੰ ਕਰਨੀ ਸੀ, ਮੰਗ ਲੈਨੋ, ਤੈਨੂੰ ਅਸੀਂ ਦੇ ਦਿੰਦੇ। ਉਹਨੇ ਆਖਿਆ ਕਿ ਵੇਖੋ, ਨਾਲੇ ਮੈਂ ਤੁਹਾਨੂੰ ਆਪਣੇ ਘਰ ਠਹਿਰਾਇਆ, ਪੂਰੀ ਮੁਗਲ ਸਲਤਨਤ ਤੁਹਾਡੇ ਪਿੱਛੇ ਲੱਗੀ ਹੋਈ ਏ, ਨਾਲੇ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ। ਮਾਤਾ ਜੀ ਨੇ ਆਖਿਆ ਸੀ, ਇਲਜ਼ਾਮ ਨਹੀਂ, ਮੈਂ ਤੇ ਤੇਰੇ ਨਾਲ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਕਰਨ ਦੀ ਕੀ ਲੋੜ ਸੀ। ਬਸ ਉਹ ਰੌਲਾ ਪਾਉਂਦਾ ਪਾਉਂਦਾ ਮੋਰਿੰਡੇ ਥਾਣੇ ਚਲਾ ਗਿਆ। 2 ਥਾਣੇਦਾਰ ਸਨ ਉੱਥੇ, ਜਿਨ੍ਹਾਂ ਦੇ ਨਾਂ ਇਤਿਹਾਸ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਲਿਖੇ ਹੋਏ ਨੇ। ਉਹਨਾਂ ਨੂੰ ਨਾਲ ਲੈ ਆਇਆ। ਉਹਨਾਂ ਨੂੰ ਆਖਿਆ ਕਿ ਮੇਰੇ ਘਰ ਗੁਰੂ ਜੀ ਦੇ ਮਾਤਾ ਜੀ ਤੇ ਉਹਨਾਂ ਦੇ 2 ਛੋਟੇ ਸਾਹਿਬਜ਼ਾਦੇ ਹਨ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੇ ਹੋ। ਇੱਕ ਗੱਲ ਇਤਿਹਾਸ ਵਿੱਚ ਹੋਰ ਲਿਖੀ ਮਿਲਦੀ ਕਿ ਜਦੋਂ ਇਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ, ਇਹਨੂੰ ਸਰਕਾਰ ਵੱਲੋਂ 100 ਰੁਪਈਆ ਇਨਾਮ ਦਿੱਤਾ ਗਿਆ। ਇਹਨੇ ਬੜਾ ਸ਼ੋਰ ਮਚਾਇਆ, ਬੜਾ ਰੌਲਾ ਪਾਇਆ। ਆਖਣ ਲੱਗਾ, ਇੰਨਾ ਵੱਡਾ ਕੰਮ ਮੈਂ ਕੀਤਾ ਹੈ ਤੇ ਉਹਦੇ ਬਦਲੇ ਤੁਸੀਂ ਮੈਨੂੰ 100 ਰੁਪਈਆ ਦਿੰਦੇ ਹੋ। ਤੇ ਦੱਸਿਆ ਜਾਂਦਾ ਹੈ ਕਿ ਉਹਨੂੰ 100 ਰੁਪਈਆ ਹੋਰ ਦਿੱਤਾ ਗਿਆ। 200 ਰੁਪਈਏ ਬਦਲੇ ਗੰਗੂ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ। 9 ਪੋਹ ਦੀ ਰਾਤ ਨੂੰ ਮੋਰਿੰਡੇ ਥਾਣੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਦਿਨ ਚੜ੍ਹਿਆ 10 ਪੋਹ ਨੂੰ ਉਹਨਾਂ ਨੂੰ ਸਰਹੰਦ ਸੂਬੇ ਦੇ ਪੇਸ਼ ਕੀਤਾ ਗਿਆ। ਸੂਬੇ ਵੱਲੋਂ ਹੁਕਮ ਹੋਇਆ ਕਿ ਕੱਲ੍ਹ ਨੂੰ ਇਹਨਾਂ ਨੂੰ ਜੋ ਵੀ ਇਹਨਾਂ ਨਾਲ ਗੱਲਬਾਤ ਕੀਤੀ ਜਾਏਗੀ, ਅੱਜ ਦੀ ਰਾਤ ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਜਾਏ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰਾਤ ਨੂੰ ਟਿਕਾਣਾ ਦਿੱਤਾ ਗਿਆ। ਪੋਹ ਦੀ ਰਾਤ ਹੈ, 13 ਪੋਹ ਏ, 10 ਪੋਹ ਏ। ਹਵਾ ਚੱਲਦੀ ਏ, ਉੱਤੇ ਲੈਣ ਲਈ ਕੋਈ ਕੱਪੜਾ ਨਹੀਂ, ਕੋਈ ਲੀੜਾ ਨਹੀਂ। ਉਸ ਬੁਰਜ ਦੇ 4 ਚੁਫੇਰੇ ਖੁੱਲ੍ਹਾ ਹੈ, ਉਹਨੂੰ ਕੋਈ ਦਰਵਾਜ਼ੇ ਨਹੀਂ ਲੱਗੇ ਹੋਏ ਉਤਲੀ ਛੱਤ ਦੇ ਉੱਤੇ। ਉੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਉਸ ਠੰਡ ਵਿੱਚ ਰਾਤ ਰੱਖਿਆ ਗਿਆ। ਸੋ ਠੰਡੇ ਬੁਰਜ ਵਿੱਚ ਮਾਤਾ ਜੀ ਨੇ ਤੇ ਸਾਹਿਬਜ਼ਾਦਿਆਂ ਨੇ 3 ਰਾਤਾਂ ਬਿਤਾਈਆਂ ਸਨ। ਇਸੇ ਹੀ ਠੰਡੇ ਬੁਰਜ ਵਿੱਚ ਮੋਤੀ ਮਹਿਰੇ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ। ਉਹਨਾਂ ਚੀਜ਼ਾਂ ਨੂੰ ਇਤਿਹਾਸ ਕਦੀ ਭੁਲਾ ਨਹੀਂ ਪਾਏਗਾ। ਆਪਾਂ ਗੱਲ ਸ਼ੁਰੂ ਕੀਤੀ ਸੀ ਵਿਚਾਰਧਾਰਾ ਤੋਂ। ਜਦੋਂ ਸੁਕਰਾਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਉੱਥੇ 500 ਲੋਕ ਸਨ ਜਿਨ੍ਹਾਂ ਦੀ ਵੋਟਿੰਗ ਹੋਈ। 500 ਲੋਕਾਂ ਨੇ ਵੋਟ ਪਾਈ, ਜਿਹਦੇ ਵਿੱਚੋਂ 280 ਲੋਕਾਂ ਨੇ ਸੁਕਰਾਤ ਦੇ ਵਿਰੋਧ ਵਿੱਚ ਵੋਟ ਪਾਈ ਸੀ। 220 ਲੋਕਾਂ ਨੇ ਸੁਕਰਾਤ ਦੇ ਹੱਕ ਵਿੱਚ ਵੋਟ ਪਾਈ ਸੀ।
ਇੱਥੇ ਕੀ ਹੋ ਰਿਹਾ ਹੈ। ਇੱਥੇ ਵੋਟਾਂ ਪਾਉਣ ਵਾਲੇ ਕਿੰਨੇ ਕੁ ਨੇ। ਸੂਬੇ ਦੀ ਕਚਹਿਰੀ ਵਿੱਚ ਜਿੰਨੇ ਲੋਕ ਨੇ, ਇੱਕ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਨੂੰ ਛੱਡ ਕੇ ਬਾਕੀ ਸਾਰੇ ਹੀ ਵਿਰੋਧ ਵਿੱਚ ਨੇ। ਇੱਕੋ ਇੱਕ ਬੰਦਾ ਹੈ ਜਿਸ ਨੇ ਹਾਂ ਦਾ ਨਾਅਰਾ ਮਾਰਿਆ ਸੀ ਕਿ ਇਹ ਤੁਸੀਂ ਬਹੁਤ ਗਲਤ ਕਰਮ ਕਰਨ ਲੱਗੇ ਹੋ। ਸੂਬੇਦਾਰ ਨੇ ਆਖਿਆ ਸੀ, ਸ਼ੇਰ ਖਾਨ, ਇਹਨਾਂ ਦੇ ਪਿਤਾ ਨੇ ਮੈਦਾਨੇ ਜੰਗ ਵਿੱਚ ਤੇਰੇ ਭਰਾ ਨੂੰ ਕਤਲ ਕੀਤਾ ਹੈ ਤੇ ਤੂੰ ਆਪਣੇ ਭਰਾ ਦਾ ਬਦਲਾ ਇਹਨਾਂ ਤੋਂ ਲੈ ਸਕਦਾ ਹੈ। ਮੁਹੰਮਦ ਸ਼ੇਰ ਖਾਨ ਨੇ ਗੱਲ ਆਖੀ ਸੀ, ਜੇ ਮੈਂ ਬਦਲਾ ਲੈਣਾ ਹੋਇਆ ਤੇ ਇਹਨਾਂ ਦੇ ਪਿਓ ਕੋਲੋਂ ਤੇ ਮੈਦਾਨੇ ਜੰਗ ਵਿੱਚ ਲਵਾਂਗਾ। ਇਹ ਛੋਟੇ ਛੋਟੇ ਨਾਬਾਲਗ ਬੱਚੇ ਨੇ, ਇਹਨਾਂ ਕੋਲੋਂ ਬਦਲਾ ਕਿਸੇ ਵੀ ਸੂਰਤ ਵਿੱਚ ਲਿਆ ਨਹੀਂ ਜਾ ਸਕਦਾ। ਤੁਸੀਂ ਇਹ ਗਲਤ ਕਰਮ ਨਾ ਕਰੋ। ਸੋ ਮਾਤਾ ਜੀ ਤੇ ਇਹਨਾਂ ਸਾਹਿਬਜ਼ਾਦਿਆਂ ਨੂੰ 3 ਦਿਨ ਰੱਖਿਆ ਗਿਆ ਠੰਡੇ ਬੁਰਜ ਦੇ ਅੰਦਰ। 3 ਦਿਨ ਪੇਸ਼ੀਆਂ ਹੁੰਦੀਆਂ ਰਹੀਆਂ। ਪਹਿਲੀ ਪੇਸ਼ੀ ਜਿਹੜੀ, ਉਹਦੇ ਵਿੱਚ ਸੁੱਚਾ ਨੰਦ ਨੇ ਇਹਨਾਂ ਨੂੰ ਕੋਈ ਸ਼ਬਦ ਆਖੇ ਸਨ। ਸੁੱਚਾ ਨੰਦ ਨੇ ਕਿਹਾ ਸੀ ਵਕਤ ਦੇ ਵਜ਼ੀਰ ਖਾਨ ਗਵਰਨਰ ਨੂੰ, ਸਰਹੰਦ ਦੇ ਨੂੰ, ਕਿ ਤੁਸੀਂ ਇਹਨਾਂ ਬੱਚਿਆਂ ਨੂੰ ਛੋਟੇ ਨਾ ਸਮਝੋ। ਇਹ ਵੱਡੇ ਹੋਣਗੇ ਤੇ ਤੁਹਾਡੇ ਵਾਸਤੇ ਇਹ ਬਹੁਤ ਵੱਡਾ ਵਿਰੋਧ ਖੜਾ ਕਰ ਸਕਦੇ ਨੇ। ਕਿਉਂਕਿ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਸੀ ਪੇਸ਼ੀਆਂ ਦੇ ਦੌਰਾਨ, ਸੁੱਚਾ ਨੰਦ ਨੇ ਆਖਿਆ ਸੀ, ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਤੁਸੀਂ ਕੀ ਕਰੋਗੇ। ਉਹਨਾਂ ਨੇ ਆਖਿਆ ਸੀ, ਕੁਝ ਨਹੀਂ, ਅਸੀਂ ਕੀ ਕਰਨਾ ਹੈ। ਜੰਗਲਾਂ ਵਿੱਚ ਜਾਵਾਂਗੇ, ਸਿੰਘਾਂ ਨੂੰ ਲੱਭਾਂਗੇ, ਉਹਨਾਂ ਨੂੰ ਇਕੱਠਿਆਂ ਕਰਾਂਗੇ, ਸ਼ਸਤਰ ਜੁਟਾਵਾਂਗੇ ਤੇ ਫਿਰ ਜ਼ੁਲਮ ਦੇ ਵਿਰੁੱਧ ਲੜਾਂਗੇ, ਹੋਰ ਅਸੀਂ ਕੀ ਕਰਾਂਗੇ। ਉਹਨੇ ਪੁੱਛਿਆ, ਜੇ ਉਦੋਂ ਹਾਰ ਗਏ ਫਿਰ ਕੀ ਕਰੋਗੇ। ਉਹਨਾਂ ਨੇ ਆਖਿਆ, 2 ਟੁਕ ਗੱਲ ਇਹ ਆ, ਜਿੰਨਾ ਚਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਉਹਨਾਂ ਚਿਰ ਇਸ ਜ਼ੁਲਮ ਦੇ ਖਿਲਾਫ ਅਸੀਂ ਲੜਦੇ ਹੀ ਰਹਾਂਗੇ। ਸੁੱਚਾ ਨੰਦ ਨੇ ਕਿਹਾ ਸੀ, ਕਥਾ ਸੁਤਨ ਕੀ ਵਿੱਚ ਦੁਣਾ ਸਿੰਘ ਨੇ ਬਚਨ ਲਿਖੇ ਨੇ, ਵਜ਼ੀਰ ਖਾਨ ਨੀਕੇ ਬਾਰਕ ਤੁਮ ਮਤ ਜਾਨੋ, ਨਾਗੋਂ ਕੇ ਇਹ ਪੁੱਤ ਬਖਾਨੋ। ਇਹ ਸੱਪ ਦੇ ਪੁੱਤਰ ਨੇ, ਇਸ ਤਰ੍ਹਾਂ ਕਹਿ ਰਿਹਾ ਸੀ ਸੁੱਚਾ ਨੰਦ। ਤੁਮਰੇ ਹਾਥ ਆਜ ਇਹ ਆਏ, ਕਰੋ ਅਬੈ ਆਪਣੇ ਮਨ ਪਾਏ। ਇਹ ਤੁਹਾਡੇ ਹੱਥ ਆਏ ਨੇ, ਲੰਮਾ ਸਮਾਂ ਹੋ ਗਿਆ ਹੈ। ਵੇਖੋ 6-7 ਮਹੀਨੇ ਹੋ ਗਏ ਸਨ, 8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ। ਕਿੰਨੇ ਇਹਨਾਂ ਦੇ ਫੌਜੀ ਜਵਾਨ ਮਾਰੇ ਜਾ ਚੁੱਕੇ ਨੇ। ਸਰਸਾ ਦੀ ਜੰਗ ਵਿੱਚ ਕਿੰਨੇ ਮਾਰੇ ਗਏ, ਚਮਕੌਰ ਵਿੱਚ ਕਿੰਨੇ ਮਾਰੇ ਗਏ। ਅੱਜ ਇਹ ਬੱਚੇ ਤੁਹਾਡੇ ਹੱਥ ਆਏ ਨੇ, ਤੁਸੀਂ ਆਪਣੀ ਮਨ ਮਰਜ਼ੀ ਕਰ ਸਕਦੇ ਹੋ। ਭਾਵੇਂ ਵਜ਼ੀਰ ਖਾਨ ਵੀ ਇਹ ਗੱਲ ਤੇ ਸਮਝਦਾ ਸੀ ਕਿ ਅਸੀਂ ਜੋ ਕਰਨ ਲੱਗੇ ਹਾਂ ਮਾੜਾ ਕਰਨ ਲੱਗੇ ਹਾਂ, ਚੰਗਾ ਨਹੀਂ, ਲੇਕਿਨ ਉਹ ਇਸ ਗੁਨਾਹ ਨੂੰ ਆਪਣੇ ਤੇ ਲੈਣ ਦੇ ਬਜਾਏ ਉਹ ਧਾਰਮਿਕ ਆਗੂ ਤੇ ਮੜਨਾ ਚਾਹੁੰਦਾ ਸੀ। ਉਹਨੇ ਕਾਜ਼ੀ ਨੂੰ ਆਖਿਆ, ਸ਼ਰ੍ਹਾ ਕੀ ਕਹਿੰਦੀ ਏ। ਕਾਜ਼ੀ ਨੇ ਪਹਿਲਾਂ ਤੇ ਆਖਿਆ ਸੀ, ਸ਼ਰ੍ਹਾ ਇਹ ਕਹਿੰਦੀ ਏ ਕਿ ਇਹਨਾਂ ਉੱਤੇ ਕੋਈ ਜ਼ੁਲਮ ਨਹੀਂ ਢਾਇਆ ਜਾ ਸਕਦਾ ਕਿਉਂਕਿ ਇਹ ਅਜੇ ਨਾਬਾਲਗ ਹਨ। ਲੇਕਿਨ ਉਹਨੂੰ ਵੀ ਲਾਲਚ ਦਿੱਤਾ ਗਿਆ ਹੋਏਗਾ, ਡਰਾਵਾ ਦਿੱਤਾ ਗਿਆ ਹੋਏਗਾ। ਅਗਲੇ ਦਿਨ ਆ ਕੇ ਉਹਨੇ ਵੀ ਇਹੀ ਗੱਲ ਆਖੀ ਸੀ ਕਿ ਇਹਨਾਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਇਸੇ ਤਰ੍ਹਾਂ ਹੀ ਕੀਤਾ ਗਿਆ ਸੀ। ਅਸੀਂ ਕੁਝ ਲੋਕ ਨੇ ਇਸ ਜਿਹੜੀ ਇਹ ਸਮੁੱਚੀ ਘਟਨਾਕ੍ਰਮ ਹੋਇਆ ਇਹਦੇ ਵਿੱਚ, ਜਿਨ੍ਹਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕੇਗਾ। ਇੱਕ ਪਾਸੇ ਕਰੀਮ ਬਖਸ਼, ਜਿਹਨੂੰ ਆਪਾਂ ਕੁੰਮਾ ਮਾਸ਼ਕੀ ਕਹਿੰਦੇ ਆ, ਉਸ ਰਾਤ ਬੀਬੀ ਲਕਸ਼ਮੀ ਨੇ ਭੋਜਨ ਬਣਾ ਕੇ ਖਵਾਇਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ। ਮੋਤੀ ਮਹਿਰੇ ਨੇ ਦੁੱਧ ਛਕਾਇਆ। ਟੋਡਰ ਮੱਲ ਨੇ ਉਹਨਾਂ ਦੇ ਸਰੀਰਾਂ ਦੇ ਸੰਸਕਾਰ ਕੀਤੇ। ਮੁਹੰਮਦ ਸ਼ੇਰ ਖਾਨ ਨੇ
ਹਾਂ ਦਾ ਨਾਰਾ ਮਾਰਿਆ। ਇਹ ਲੋਕ ਨੇ ਜਿਹੜੇ ਹਾਂ ਪੱਖੀ ਵਿਚਾਰਧਾਰਾ ਦੇ ਮਾਲਕ ਨੇ। ਇੱਕ ਪਾਸੇ ਨਾ ਪੱਖੀ ਵਿਚਾਰਧਾਰਾ ਦੇ ਮਾਲਕ ਨੇ, ਜਿਨ੍ਹਾਂ ਵਿੱਚ ਗੰਗੂ ਬ੍ਰਾਹਮਣ, ਜਾਨੀ ਮਾਨੀ ਖਾਂ ਥਾਣੇਦਾਰ ਮੁਰਿੰਡੇ ਵਾਲੇ, ਵਜ਼ੀਰ ਖਾਨ ਵਕਤ ਦਾ ਸੂਬੇਦਾਰ, ਕਾਜ਼ੀ ਜਿਨੇ ਫਤਵਾ ਲਾਇਆ ਕਿ ਇਹਨਾਂ ਨੂੰ ਜਿੰਦਾ ਦੀਵਾਰ ਵਿੱਚ ਚਿਣ ਦਿੱਤਾ ਜਾਏ, ਸੁੱਚਾ ਨੰਦ ਜਿਸ ਨੇ ਯੋਗਦਾਨ ਪਾਇਆ ਕਿ ਇਹਨਾਂ ਨੂੰ ਕਦੀ ਵੀ ਛੱਡਿਆ ਨਹੀਂ ਜਾਣਾ ਚਾਹੀਦਾ, ਇਹਨਾਂ ਨੂੰ ਹਰ ਹਾਲਤ ਵਿੱਚ ਸ਼ਹੀਦ ਕਰ ਦੇਣਾ ਚਾਹੀਦਾ ਹੈ, ਤੇ ਉਸ ਵਕਤ ਦੇ ਜਲਾਦ ਜਿਨ੍ਹਾਂ ਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ ਇੱਕ ਬਚਨ ਕਹਿ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ। ਕਵੀ ਹੈ ਕਿਬਰੀਆ ਖਾਂ, ਉਹਨੇ ਸ਼ਬਦ ਲਿਖੇ ਨੇ। ਉਹ ਕਹਿੰਦਾ, ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਰੂੰ, ਜੋ ਤੂਨੇ ਪਰ ਉਪਕਾਰ ਕੀਏ। ਇੱਕ ਖਾਲਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ। ਕਵੀ ਤੇ ਕਹਿ ਰਿਹਾ ਕਿ ਗੁਰੂ 10ਵੇਂ ਪਾਤਸ਼ਾਹ ਤੁਸੀਂ ਜਾਤੀਵਾਦ ਨੂੰ ਖਤਮ ਕਰ ਦਿੱਤਾ ਹੈ, ਪਰ ਅੱਜ ਤੁਸੀਂ ਝਾਤੀ ਮਾਰ ਕੇ ਵੇਖਣਾ, ਸਿੱਖ ਸਮਾਜ ਦੇ ਅੰਦਰ ਜਾਤੀਵਾਦ ਉੱਥੇ ਹੀ ਖੜਾ ਹੈ। ਅਸੀਂ ਛੱਡ ਨਹੀਂ ਪਾਏ ਜਾਤੀਵਾਦ ਨੂੰ। ਇਸ ਤੇਗ ਕੇ ਬੇਟੇ ਤੇਗ ਪਕੜ, दुखियों के काट जंजाल दिए। उस मुल्को वतन की खिदमत में कहीं बाप दिया कहीं लाल दिए। उस दशमेश पिता ने अपना पिता अपने पुत्र, जिमें असी इतिहास कहता सरबंसदानी धन गुरु कलगीधर पातशाह, जिन्हां ने वतन लई, मुल्क लई, धर्म की आज़ादी लई, अपनी विचारधारा नूं बरकरार रखण लई उन्हां ने अपना सरबंस कुर्बान किया, शहीद करवाया। जी मैं अखीर विच कहना चाहुंदा, गुरु गोबिंद सिंह महाराज जी का इतिहास सानूं कदे भुलना नहीं चाहिए। असी भुलदे जा रहे हाँ। ये सच्ची ये दुखदाई गल है, ये चंगी गल नहीं। असी किन्ने क लोग हाँ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਕਤ ਇੱਥੇ ਹਾਜ਼ਰੀਆਂ ਭਰਦੇ ਆ। ਮੈਂ ਸ਼ੁੱਕਰਵਾਰ ਵੇਖਦਾ ਰਿਹਾ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਸੁਣ ਰਹੇ ਹਾਂ। 4 ਜੀ ਆਉਂਦੇ ਸਨ। ਭਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਹ ਗੱਲ ਕਹਿੰਦੇ ਹੋਣਗੇ, ਤੁਹਾਡੇ ਵੱਲ ਇਸ਼ਾਰਾ ਕਰਕੇ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ 4, ਤੇ ਹੁਣ ਉਹ ਵੇਖਦੇ ਹੋਣਗੇ ਵੀ ਅੱਗੇ ਤੇ ਕੋਈ ਵੀ ਨਹੀਂ, ਤੇ ਮੈਂ ਕਿਹਦੇ ਉੱਤੋਂ ਵਾਰ ਦਿੱਤੇ 4 ਪੁੱਤਰ। ਜੀ ਆਪਾਂ ਨੂੰ ਸੋਚਣਾ ਚਾਹੀਦਾ ਹੈ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੰਨੀ ਵੱਡੀ ਕੁਰਬਾਨੀ, ਉਸ ਨੂੰ ਅਸੀਂ ਕਦੇ ਨਾ ਭੁਲਾਈਏ। ਖਾਸ ਕਰਕੇ ਮੈਂ ਹਿੰਦੂ ਸਮਾਜ ਨੂੰ ਆਖਣਾ ਚਾਹੁੰਦਾ, ਉਹਨਾਂ ਨੂੰ ਤੇ ਹਰਗਿਜ਼ ਨਹੀਂ ਭੁਲਾਉਣਾ ਚਾਹੀਦਾ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਿੰਨੇ ਸਾਰੇ ਹਿੰਦੂ ਸਿਆਣੇ ਪੁਰਸ਼ ਜਿਨ੍ਹਾਂ ਨੇ ਕੁਛ ਨਾ ਕੁਛ ਸ਼ਬਦ ਬੋਲੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਸੰਬੰਧ ਵਿੱਚ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਸੰਬੰਧ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਬੰਧ ਵਿੱਚ। ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ। 26 ਤਰੀਕ ਨੂੰ ਦਿੱਲੀ ਵਿੱਚ ਸਰਕਾਰੀ ਤੌਰ ਤੇ ਮਨਾਇਆ ਗਿਆ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ, ਜਿਸ ਦਾ ਨਾਂ ਰੱਖਿਆ ਗਿਆ ਵੀਰ ਬਾਲ ਦਿਵਸ। ਸਾਰੀ ਸਿੱਖ ਕੌਮ ਨੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਅਸੀਂ ਸਾਹਿਬਜ਼ਾਦਿਆਂ ਨੂੰ ਬਾਲ ਨਹੀਂ ਆਖਦੇ। ਉਹ ਬਾਲ ਨਹੀਂ ਸਨ, ਬਾਲ ਮੈਨੇ ਬੱਚੇ, ਉਹ ਬੱਚੇ ਨਹੀਂ ਸਨ। ਅਸੀਂ ਉਹਨਾਂ ਨੂੰ ਕਦੀ ਬੱਚੇ ਨਹੀਂ ਆਖਦੇ। ਅਸੀਂ ਉਹਨਾਂ ਨੂੰ ਸਤਿਕਾਰ ਨਾਲ ਹੱਥ ਜੋੜ ਕੇ ਬਾਬਾ ਜੀ ਕਹਿੰਦੇ ਹਾਂ। ਬਾਬਾ ਜੀ ਕਿਸੇ ਬਜ਼ੁਰਗ ਨੂੰ ਆਖਿਆ ਜਾਂਦਾ ਹੈ, ਕਿਸੇ ਸਿਆਣੇ ਪੁਰਸ਼ ਨੂੰ ਆਖਿਆ ਜਾਂਦਾ ਹੈ। ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ, ਵੱਡੇ ਸਾਹਿਬਜ਼ਾਦਿਆਂ ਨੂੰ ਬਾਬਾ ਜੀ ਆਖ ਕੇ ਬੁਲਾਉਂਦੇ ਹਾਂ। ਤੁਸੀਂ ਉਹਨਾਂ ਨੂੰ ਬਾਲ ਕਿਉਂ ਕਹਿ ਰਹੇ ਹੋ? ਜੇ ਉਹ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਣ ਤੇ ਇਹ ਨਾਂ ਬਦਲਣ ਵਿੱਚ ਕੋਈ ਵੀ
ਔਖਿਆਈ ਨਹੀਂ ਹੋਣੀ ਚਾਹੀਦੀ, ਬਦਲ ਦੇਣਾ ਚਾਹੀਦਾ ਹੈ। ਕਿਸੇ ਦੀਆਂ ਵੀ ਭਾਵਨਾਵਾਂ ਨੂੰ ਹਰਟ ਕਰਨਾ ਚੰਗਾ ਨਹੀਂ ਹੁੰਦਾ। ਤੇ ਗੱਲ ਕਿੰਨੀ ਕੁ ਵੱਡੀ ਹੈ, ਬਹੁਤ ਛੋਟੀ ਗੱਲ ਹੈ। ਕਿਉਂ ਅਸੀਂ ਉਹਨਾਂ ਨੂੰ ਬਾਲ ਦਿਵਸ ਨਾਲ ਜੋੜ ਰਹੇ ਹਾਂ? ਸਾਹਿਬਜ਼ਾਦੇ ਆਖਿਆ ਜਾ ਸਕਦਾ ਹੈ, ਉਹਨਾਂ ਨੂੰ ਬਾਬਾ ਜੀ ਆਖਿਆ ਜਾ ਸਕਦਾ ਹੈ। ਜੇ ਇਹ ਸਭ ਕਹਿਣ ਤੋਂ ਅਸੀਂ ਗੁਰੇਜ਼ ਕਰਨਾ ਹੀ ਹੋਵੇ, ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਿਵਸ ਉਸ ਨੂੰ ਨਾਂ ਦੇ ਸਕਦੇ ਹਾਂ। ਸੋ ਇਹਨਾਂ ਚੀਜ਼ਾਂ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਵਕਤ ਦੀਆਂ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਕੌਮ, ਕਿਸੇ ਸਮਾਜ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਏ। ਸੋ ਜੀ ਇੰਨੇ ਕੁ ਵਿਚਾਰ ਤੁਸੀਂ ਅੱਜ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਤੁਸੀਂ ਬੜੇ ਪਿਆਰ ਨਾਲ ਅੱਜ ਦੀ ਵਿਚਾਰ ਨੂੰ ਸੁਣਿਆ, ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।